ਭੂਰਿਆਂ ਵਾਲੇ ਰਾਜੇ ਕੀਤੇ ਭਾਗ 22। ਕੈਦੀ ਸਿੰਘਾਂ ਦਾ ਕਤਲੇਆਮ ਸ਼ੁਰੂ। 100 ਸਿੰਘ ਰੋਜ਼ਾਨਾ ਸ਼ਹੀਦ ਕੀਤੇ ਜਾਂਦੇ ਅਤੇ ਅਨੋਖੀਆਂ ਪਰ ਸੱਚੀਆਂ ਘਟਨਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਰਾਹ ਖਾਨ ਕੋਤਵਾਲ ਨੇ ਤਰਪੋਲੀਆ ਦਰਵਾਜ਼ੇ ਵੱਲ ਦੇ ਚਬੂਤਰਾ ਕੋਤਵਾਲੀ ਦੇ ਸਾਹਮਣੇ, ਜਿੱਥੇ ਅੱਜ ਕੱਲ੍ਹ ਗਾਂਧੀ ਲਾਇਬ੍ਰੇਰੀ ਤੇ ਫੁਹਾਰਾ ਹੈ, ਵਾਲੀ ਥਾਂ ਸਿੱਖਾਂ ਦੇ ਕਤਲ ਲਈ ਚੁਣੀ। ਉਸ ਵੇਲੇ ਇਹ ਥਾਂ ਕਾਫੀ ਖੁੱਲ੍ਹਾ ਪਿਆ ਹੋਇਆ ਸੀ ਤੇ ਸ਼ਹਿਰ ਦੀ ਬੇਹਿਸਾਬ ਖਲਕਤ ਸਿੰਘਾਂ ਦੀ ਮੌਤ ਦਾ ਤਮਾਸ਼ਾ ਵੇਖਣ ਲਈ ਪੁੱਜੀ ਹੋਈ ਸੀ। ਜਲਾਦਾਂ ਦੀਆਂ ਤਲਵਾਰਾਂ ਤਿੱਖੀਆਂ ਕਰਨ ਲਈ ਲੋਹਾਰਾਂ ਦਾ ਬੰਦੋਬਸਤ ਕੀਤਾ ਹੋਇਆ ਸੀ, ਜਿਨ੍ਹਾਂ ਆਪਣੀ ਭੱਠੀ, ਆਰਨ ਤੇ ਖਲਾ ਦਾ ਸਮਾਨ ਕੀਤਾ ਹੋਇਆ ਸੀ। 5 ਮਾਰਚ 1716 ਈਸਵੀ ਨੂੰ 100 ਸਿੰਘਾਂ ਦਾ ਪਹਿਲਾ ਜਥਾ ਹੱਥ ਘੜੀਆਂ ਤੇ ਬੇੜੀਆਂ ਲਾ ਕੇ ਜਿਸ ਵੇਲੇ ਲਿਆਂਦਾ ਗਿਆ ਤਾਂ ਉਹ ਬੜੇ ਸ਼ਾਂਤ ਚਿੱਤ ਤੇ ਚੜ੍ਹਦੀ ਕਲਾ ਵਿੱਚ ਉੱਚੀ ਆਵਾਜ਼ ਨਾਲ ਸ਼ਬਦ ਪੜ੍ਹਦੇ ਆਏ। ਲੋਕ ਹੈਰਾਨ ਸਨ ਕਿ ਇਹ ਕਿਸ ਮਿੱਟੀ ਦੇ ਬਣੇ ਆਦਮੀ ਹਨ। ਮੌਤ ਵੇਲੇ ਵੀ ਜਸ਼ਨ ਮਨਾ ਰਹੇ ਹਨ। ਜਥੇ ਨੂੰ 10-10 ਦੀਆਂ 10 ਪਾਲਾਂ ਵਿੱਚ ਬਿਠਾਇਆ ਗਿਆ। ਹੁਣ 4 ਸ਼ਾਹੀ ਅਮੀਰ ਜੋ ਉੱਚ ਅਧਿਕਾਰੀ ਸਨ ਅੱਗੇ ਵਧੇ ਤੇ ਸਿੰਘਾਂ ਨੂੰ ਸੰਬੋਧਨ ਕਰਕੇ ਉਹਨਾਂ ਕਿਹਾ ਕਿ ਜੇ ਮੁਸਲਮਾਨ ਬਣਨਾ ਕਬੂਲ ਕਰ ਲਓ ਤਾਂ ਕਤਲ ਹੋਣੋਂ ਬਚ ਸਕਦੇ ਹੋ। ਜ਼ਿੰਦਗੀ ਦੀਆਂ ਸਭੇ ਸਹੂਲਤਾਂ ਮਿਲਣਗੀਆਂ। ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ। ਸਿੱਖਾਂ ਅੱਗੋਂ ਵਾਹਿਗੁਰੂ ਵਾਹਿਗੁਰੂ ਬੋਲਦਿਆਂ ਇੱਕ ਜ਼ੁਬਾਨ ਹੋ ਕੇ ਉੱਚੀ ਸੁਰ ਵਿੱਚ ਕਿਹਾ, ਆਪਣੇ ਵਾਹਿਗੁਰੂ ਤੋਂ ਬੇਮੁਖ ਹੋ ਕੇ ਧਰਮ ਹਾਰ ਕੇ ਜਿਉਣ ਬਾਰੇ ਸੋਚਣਾ ਵੀ ਅਸੀਂ ਲਾਹਨਤ ਸਮਝਦੇ ਹਾਂ। ਅਸੀਂ ਕਲਗੀਧਰ ਦੇ ਸਿੰਘ ਹਾਂ, ਗੀਦੀ ਗਿੱਦੜ ਨਹੀਂ ਹਾਂ। ਸਾਡੀ ਸ਼ਹਾਦਤ ਦੇ ਵਿਚਕਾਰ ਨਾ ਖਲੋਵੋ। ਮੁਕਤੇ ਜਲਾਦ ਨੂੰ ਹੁਕਮ ਦਿਓ ਕਿ ਸਾਨੂੰ ਗੁਰਚਰਨਾਂ ਵੱਲ ਤੋਰੇ। ਬਸ ਫਿਰ ਹੁਕਮ ਹੋ ਗਿਆ। ਸਿੰਘ ਇੱਕ ਦੂਜੇ ਨਾਲੋਂ ਅੱਗੇ ਵੱਧ ਕੇ ਜਲਾਦ ਮੂਹਰੇ ਧੌਣ ਕਰਕੇ ਕਹਿਣ, ਮੁਕਤਾ ਪਹਿਲਾਂ ਮੈਨੂੰ। ਅਮੀਰ ਆਪਣੀ ਵਾਹ ਲਾ ਥੱਕੇ। ਕਿਸੇ ਸਿੱਖ ਨੂੰ ਮੁਸਲਮਾਨ ਕਰਕੇ ਬਾਦਸ਼ਾਹ ਦਾ ਦਿਲ ਠੰਡਾ ਕਰਨ ਲਈ ਖੁਸ਼ਖਬਰੀ ਤਿਆਰ ਕਰਨ ਵਿੱਚ ਸਫਲ ਨਾ ਹੋ ਸਕੇ। 100 ਸਿੰਘਾਂ ਦਾ ਜਥਾ ਕਤਲ ਕਰ ਦਿੱਤਾ ਗਿਆ ਤੇ ਇਸ ਦੀ ਖਬਰ ਬਾਦਸ਼ਾਹ ਦੀ ਖਿਦਮਤ ਵਿੱਚ ਗੁਜ਼ਾਰੀ ਗਈ। ਅੱਗੋਂ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇੰਜ ਹੀ 100 ਰੋਜ਼ ਕਤਲ ਕਰਕੇ ਇੱਕ ਸਾਤੇ ਵਿੱਚ ਸਾਰੇ ਮੁਕਾ ਦਿੱਤੇ ਜਾਣ। ਇਸ ਸਾਰੇ ਕੰਮ ਦਾ ਪ੍ਰਬੰਧ ਸਰਬਰਾਹ ਖਾਨ ਕੋਤਵਾਲ ਦੇ ਜ਼ਿੰਮੇ ਸੀ ਤੇ ਉਸ ਨੇ ਇਸ ਜ਼ਿੰਮੇਦਾਰੀ ਨੂੰ ਖੂਬ ਨਿਭਾਇਆ। ਹਰ ਰੋਜ਼ 100 ਸਿੰਘਾਂ ਦਾ ਜਥਾ ਬਾਹਰ ਇੱਥੇ ਲਿਆਂਦਾ ਜਾਂਦਾ। ਸ਼ਾਹੀ ਅਫਸਰ ਇੱਕ ਸਿੰਘ ਨੂੰ ਜ਼ਿੰਦਗੀ ਦਾ ਲਾਲਚ ਦਿੰਦੇ ਕਿ ਕੋਈ ਇੱਕ ਅੱਧਾ ਮੁਸਲਮਾਨ ਕਰ ਲਿਆ ਜਾਵੇ, ਪਰ ਆਫਰੀਨ ਹੈ ਇਨ੍ਹਾਂ ਸੂਰਮਿਆਂ ਦੇ, ਕਿਸੇ ਇੱਕ ਨੇ ਵੀ ਨਿਗੂਣੀ ਜਾਨ ਬਦਲੇ ਆਪਣੇ ਆਪ ਨੂੰ ਕਲੰਕਤ ਨਹੀਂ ਕੀਤਾ ਤੇ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋਇਆ। ਉਸ ਵੇਲੇ ਹਿੰਦੁਸਤਾਨੀ ਤਮਾਸ਼ਬੀਨਾਂ ਵਿੱਚ ਕੁਝ ਕੁ ਯੂਰਪੀਅਨ ਲੋਕ ਵੀ ਮੌਜੂਦ ਸਨ। ਜੌਨ ਸਰਮਨ ਤੇ ਐਡਵਰਡ ਸਟੀਫਨਸ ਇਹ ਦੋਵੇਂ ਅੰਗਰੇਜ਼ੀ ਸਿਫਾਰਸ਼ ਦੇ ਮੈਂਬਰ ਸਨ ਤੇ ਇਹ ਸਿਫਾਰਤ ਮਾਨਯੋਗ ਰਾਬਰਟ ਹੈਜ਼ਰਜ਼, ਜੋ ਪ੍ਰੈਜ਼ੀਡੈਂਟ ਤੇ ਫੋਰਟ ਵਿਲੀਅਮ ਕਲਕੱਤਾ ਵਿਖੇ ਕਿਲੇ ਦਾ ਗਵਰਨਰ ਸੀ, ਨੇ ਮੁਗਲ ਬਾਦਸ਼ਾਹ ਫਰਖਸ਼ੀਅਰ ਵੱਲ ਘਲਾਈ ਸੀ। ਆਪਣੇ ਪੱਤਰ ਮਿਤੀ 10 ਮਾਰਚ 1715-16 ਈਸਵੀ, ਜੋ ਉਹਨਾਂ ਇਹ ਸਭ ਨਜ਼ਾਰੇ ਵੇਖ ਕੇ ਆਨਰੇਬਲ ਰਾਬਰਟ ਹੈਜ਼ਰਜ਼ ਨੂੰ ਲਿਖਿਆ, ਵਿੱਚ ਲਿਖਦੇ ਹਨ, ਅਖੀਰ ਵਕਤ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਿਸੇ ਇੱਕ ਨੇ ਵੀ ਆਪਣਾ ਇੱਕ ਨਵਾਂ ਧਾਰਨ ਕੀਤਾ ਧਰਮ ਹਾਰਿਆ ਹੋਵੇ। ਬੜੀ ਨਿਡਰਤਾ, ਦਲੇਰੀ, ਜੋਸ਼ ਤੇ ਹੰਸੂ ਕਰਦੇ ਚਿਹਰਿਆਂ ਨਾਲ ਜਲਾਦ ਨੂੰ ਮੁਕਤੀ ਦਾਤਾ ਸ਼ਬਦਾਂ ਨਾਲ ਵਡਿਆ ਕੇ ਧੌਣ ਉਸ ਅੱਗੇ ਕਰਕੇ ਪਹਿਲ ਦੀ ਵਾਰੀ ਮੰਗਦੇ ਹੋਏ ਕਹਿੰਦੇ ਕਿ ਮੈਨੂੰ ਪਹਿਲਾਂ, ਨਾਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜਾਂਦੇ। ਕੈਸਾ ਅਜਬ ਨਜ਼ਾਰਾ ਸੀ। ਕਤਲ ਹੋਣ ਲਈ ਪਹਿਲ ਵਾਸਤੇ ਖੁਸ਼ੀ ਭਰੀਆਂ ਮਿੰਨਤਾਂ। ਸ਼ਮਾ ਤੇ ਸੜ ਮਰਨ ਵਾਲੇ ਪਰਵਾਨਿਆਂ ਦੀ ਮਿਸਾਲ ਨੂੰ ਸਿੰਘਾਂ ਫਿੱਕਾ ਪਾ ਦਿੱਤਾ। ਤਮਾਸ਼ਾ ਵੇਖਣ ਵਾਲੀ ਖਲਕਤ ਵੇਖ ਕੇ ਵਾਹ ਵਾਹ ਕਰ ਉੱਠੀ। ਧੰਨ ਗੁਰੂ ਗੋਬਿੰਦ ਸਿੰਘ ਤੇਰੀ ਸਿੱਖੀ ਤੇ ਧੰਨ ਤੇਰੇ ਸਿੰਘਾਂ ਦਾ ਸਿਦਕ। ਇਰਵਨ ਇਸ ਬਾਰੇ ਲਿਖਦਾ ਹੈ ਕਿ ਹਿੰਦੁਸਤਾਨੀ ਅਤੇ ਕੀ ਯੂਰਪੀਅਨ ਸਾਰੇ ਹੀ ਉਸ ਨਜ਼ਾਰੇ ਨੂੰ ਵੇਖਣ ਵਾਲੇ, ਉਸ ਚਕਰਿਤ ਕਰ ਦੇਣ ਵਾਲੇ ਧੀਰਜ, ਦ੍ਰਿੜਤਾ ਅਤੇ ਜੁਰਤ ਦੀ ਪ੍ਰਸ਼ੰਸਾ ਕਰਨ ਵਿੱਚ ਇੱਕੋ ਰਾਏ ਰੱਖਦੇ ਹਨ।
ਜਿਸ ਨਾਲ ਇਹਨਾਂ ਆਪਣੇ ਉੱਤੇ ਵਰਤਣ ਵਾਲੇ ਭਾਣੇ ਨੂੰ ਕਬੂਲਿਆ। ਵੇਖਣ ਵਾਲਿਆਂ ਲਈ ਇਹਨਾਂ ਦਾ ਆਪਣੇ ਆਗੂ ਲਈ ਅਥਾਹ ਪ੍ਰੇਮ ਤੇ ਸ਼ਰਧਾ ਅਤੀ ਹੈਰਾਨ ਕਰਨ ਵਾਲੇ ਸਨ। ਉਹ ਮੌਤ ਦੇ ਪਰਛਾਵੇਂ ਥੱਲੇ ਬਿਲਕੁਲ ਬੇਖੌਫ ਤੇ ਪ੍ਰਸੰਨ ਚਿੱਤ ਸਨ ਅਤੇ ਜਲਾਦ ਨੂੰ ਮੁਕਤੀ ਦਾਤਾ ਕਹਿ ਕੇ ਬੁਲਾਉਂਦੇ ਸਨ। ਮੌਤ ਦੇ ਖਤਰੇ ਸਮੇਂ ਜਾਨ ਬਚਾਉਣ ਲਈ ਕਿਸੇ ਹੀਲੇ ਬਚ ਨਿਕਲਣ ਲਈ ਆਪਣਾ ਤਾਣ ਲਾਉਂਦੇ, ਲੜਦੇ ਝਗੜਦੇ ਤੇ ਇੱਕ ਦੂਜੇ ਨੂੰ ਪਛਾੜਦੇ ਹੋਏ ਦੂਜੇ ਨੂੰ ਮੌਤ ਦੇ ਮੂੰਹ ਵਿੱਚ ਧੱਕਦਿਆਂ ਦੀਆਂ ਦਾਸਤਾਨਾਂ ਤਾਂ ਸੁਣੀਆਂ ਪੜ੍ਹੀਆਂ ਹਨ, ਪਰ ਇੱਥੇ ਤਾਂ ਨਕਸ਼ਾ ਹੀ ਉਲਟ ਸੀ। ਇੱਥੇ ਝਗੜਾ ਸੀ ਦੂਸਰਿਆਂ ਨੂੰ ਪਿੱਛੇ ਛੱਡ ਕੇ ਮੌਤ ਦਾ ਜਾਮ ਪਹਿਲਾਂ ਪੀਣ ਦਾ। ਕਿਸ ਨੂੰ ਜਾਨ ਪਿਆਰੀ ਨਹੀਂ ਹੁੰਦੀ, ਪਰ ਇੱਥੇ ਤਾਂ ਮੌਤ ਪਰਣਾਉਣ ਲਈ ਖਿੱਚੋਤਾਣ ਹੈ। ਜਲਾਦ ਨੂੰ ਮੁਕਤੀ ਦਾਤਾ ਕਹਿਣਾ ਨਿਰਾਲਾ ਹੀ ਦ੍ਰਿਸ਼ ਹੈ। ਆਪਣੇ ਬੇਗਾਨੇ ਸਭ ਹੈਰਤ ਵਿੱਚ ਡੁੱਬੇ ਹੋਏ ਹਨ। ਅਸਲੀਅਤ ਤਾਂ ਇਹ ਹੈ ਕਿ ਸਿੱਖਾਂ ਦਾ ਆਪਣਾ ਤਾਂ ਇੱਥੇ ਹੈ ਹੀ ਕੋਈ ਨਹੀਂ ਸੀ। ਸਭ ਬੇਗਾਨੇ ਹੀ ਬੇਗਾਨੇ ਸਨ। ਬੇਗਾਨੇ ਆਸ਼ਸ਼ ਕਰਦੇ ਹੋਏ ਮੂੰਹ ਵਿੱਚ ਉਂਗਲਾਂ ਲੈਂਦੇ ਸਨ ਤਾਂ ਹਰ ਸੂਝਵਾਨ ਸੱਚ ਨੂੰ ਅਨੁਭਵ ਕਰ ਸਕਦੇ ਕਿ ਉਹ ਸੱਚੋ ਸੱਚ ਨਜ਼ਾਰੇ ਕੀ ਹੋਣਗੇ। ਇੱਕ ਮੋਟੀ ਮਿਸਾਲ ਸਿਆਰੁਲ ਮੁਤਾਖਰੀਨ ਦੇ ਕਰਤਾ ਗੁਲਾਮ ਹੁਸੈਨ ਖਾਨ ਦੀ ਗਵਾਹੀ ਪੇਸ਼ ਹੈ। ਉਸ ਪਾਸ ਸਿੱਖਾਂ ਲਈ ਇੱਕ ਵੀ ਚੰਗਾ ਜਾਂ ਇਨਸਾਫ ਵਾਲਾ ਸ਼ਬਦ ਨਹੀਂ। ਉਹ ਹਕੀਕਤ ਨੂੰ ਛੁਪਾਉਣ ਲਈ ਤੇ ਆਪਣੇ ਪੱਖ ਨੂੰ ਬਨਾਵਟ ਤੇ ਪਰਦਿਆਂ ਵਿੱਚ ਲਪੇਟ ਕੇ ਹਮੇਸ਼ਾ ਪੇਸ਼ ਕਰਦਾ ਤੇ ਸਿੱਖਾਂ ਨੂੰ ਪਾਣੀ ਪੀ ਪੀ ਕੋਸਦਾ। ਕਈ ਥਾਈਂ ਤਾਂ ਇਸ ਨੇ ਇਹੋ ਜਿਹੀ ਕੋਝੀ ਸ਼ਬਦਾਵਲੀ ਵਰਤੀ ਹੈ ਕਿ ਯਕੀਨ ਨਹੀਂ ਆਉਂਦਾ ਕਿ ਇਸ ਨੂੰ ਲਿਖਣ ਵਾਲਾ ਕੋਈ ਸਹੀ ਦਿਮਾਗ ਇਨਸਾਨ ਹੋਵੇਗਾ। ਸਿੱਖਾਂ ਤੋਂ ਇਸ ਕੰਮ ਬਖਤ ਨੂੰ ਉਸੇ ਤਰ੍ਹਾਂ ਹੀ ਡਰਾਉਂਦਾ ਜਿਵੇਂ ਹਲਕ ਵਾਲੇ ਬੰਦੇ ਨੂੰ ਪਾਣੀ ਤੋਂ। ਹੈਰਾਨਗੀ ਹੈ ਕਿ ਇਸ ਬੰਦੇ ਦੇ ਮੂੰਹੋਂ ਸੱਚ ਕਿਵੇਂ ਨਿਕਲ ਗਿਆ। ਮੌਤ ਦੇ ਸਨਮੁਖ ਸਿੱਖ ਕਿਵੇਂ ਨਿਤਰੇ ਤੇ ਕਿਵੇਂ ਆਪਣੇ ਧਰਮ ਤੋਂ ਜਾਨਾਂ ਵਾਰੀਆਂ। ਸੁਣੋ ਜਰਾ ਸਿੱਖਾਂ ਦੇ ਅਤੀ ਕੱਟੜ ਦੁਸ਼ਮਣ ਦੇ ਮੂੰਹੋਂ। ਸਭ ਤੋਂ ਖਾਸ ਤੌਰ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਲੋਕ ਭਾਵ ਸਿੱਖ ਸਿਰ ਕਟਾਉਣ ਵੇਲੇ ਹੀ ਅਡੋਲਤਾ ਤੇ ਦ੍ਰਿੜਤਾ ਨਹੀਂ ਸਨ ਵਿਖਾਉਂਦੇ, ਸਗੋਂ ਸਿਰ ਕਟਾਉਣ ਲਈ ਪਹਿਲ ਕਰਨ ਵਾਸਤੇ ਆਪਣੇ ਵਿੱਚ ਖੈਬੜਦੇ ਝਗੜਦੇ ਸਨ। ਇੱਕ ਦੂਜੇ ਨੂੰ ਪਛਾਣ ਤੱਕ ਆਪ ਅੱਗੇ ਹੋ ਕੇ ਜਲਾਦਾਂ ਨੂੰ ਬੇਨਤੀਆਂ ਕਰਦੇ ਅਤੇ ਉੱਚੀ ਉੱਚੀ ਵਾਸਤੇ ਪਾਉਂਦੇ। ਸ਼ਹਾਦਤ ਸੱਚ ਦੀ ਉਹ ਲਾਟ ਹੈ ਜਿਸ ਨੂੰ ਬੜੇ ਬੜੇ ਭਾਰੇ ਪਰਬਤ ਦਬਾ ਨਹੀਂ ਸਕਦੇ, ਸਮੁੰਦਰ ਡੋਬ ਨਹੀਂ ਸਕਦੇ। ਵੱਡੇ ਤੋਂ ਵੱਡਾ ਝੂਠ ਬੋਲਣ ਲਿਖਣ ਦਾ ਮਾਹਰ ਲੱਖਾਂ ਕਰੋੜਾਂ ਪਰਦੇ ਪਾ ਕੇ ਅਲੋਪ ਨਹੀਂ ਕਰ ਸਕਦਾ। ਸਭ ਕੁਝ ਪਾੜ ਕੇ ਇਹ ਲਾਟ ਬਾਹਰ ਆਵੇਗੀ। ਸ਼ਹਾਦਤ ਸਦਾ ਅਮਰ ਰਹਿੰਦੀ ਹੈ। ਇਸ ਨੂੰ ਦਬਾਉਣ ਵਾਲਿਆਂ ਦਾ ਨਾਮ ਵੀ ਭਾਵੇਂ ਲਾਂਤਾਂ ਦੀ ਬੁਛਾੜ ਥੱਲੇ ਹੀ ਰਹੇ, ਸ਼ਹਾਦਤ ਦਾ ਫੈਜ਼ ਹੈ, ਕਾਇਮ ਦਾਇਮ ਰਹਿੰਦਾ ਹੈ। 7 ਦਿਨ ਜਲਾਦਾਂ ਦੀਆਂ ਤਲਵਾਰਾਂ ਚੱਲਦੀਆਂ ਰਹੀਆਂ ਤੇ ਸਿੰਘਾਂ ਦੇ ਸਿਰ ਲੈ ਲੈ ਧਰਤੀ ਤੇ ਡਿੱਗਦੇ ਰਹੇ। 700 ਤੋਂ ਵੱਧ ਸਿੰਘ ਕਤਲ ਕੀਤੇ ਗਏ। ਕਿਸੇ ਇੱਕ ਨੇ ਵੀ ਜਾਨ ਬਚਾਉਣ ਲਈ ਮੁਸਲਮਾਨੀ ਮਤ ਅੰਗੀਕਾਰ ਨਾ ਕੀਤਾ। ਦਿੱਲੀ ਦੇ ਬੜੇ ਕਤਲੇਆਮ ਵੇਖੇ ਸਨ। ਮੀਰ ਤੈਮੂਰ ਦੇ ਕਤਲੇਆਮ ਨੂੰ ਯਾਦ ਕਰਕੇ ਅੱਜ ਵੀ ਦਿੱਲੀ ਦੀਆਂ ਕੰਧਾਂ ਕੰਬਦੀਆਂ ਹਨ। ਪਰ ਉਹ ਕਤਲੇਆਮ ਕੁਝ ਇਸ ਕਿਸਮ ਦਾ ਸੀ ਕਿ ਗੈਰ ਮੁਸਲਮਾਨ ਫੜ ਕੇ ਲਿਆਂਦੇ ਗਏ ਤੇ ਛਤਰੀਆਂ ਭੇਡਾਂ ਵਾਂਗ ਕੋਹ ਸੁੱਟੇ ਗਏ। ਉਹਨਾਂ ਨੂੰ ਜਾਨ ਬਖਸ਼ੀ ਲਈ ਮੁਸਲਮਾਨ ਹੋਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਸੀ। ਜੇ ਦਿੰਦੇ ਤਾਂ ਸ਼ਾਇਦ ਕਤਲੇਆਮ ਦੀ ਨੌਬਤ ਹੀ ਨਾ ਆਉਂਦੀ। ਪਰ ਸਿੰਘਾਂ ਲਈ ਤਾਂ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਗਿਆ ਸੀ। ਮੌਤ ਦੇ ਕੋਟ ਵਿੱਚ ਜਿਸ ਦਾ ਜੀ ਕਰੇ ਧਰਮ ਤਿਆਗੇ, ਨਹੀਂ ਤਾਂ ਦੀਨ ਕਬੂਲ ਕੇ ਨਿਕਲ ਜਾਵੇ ਜ਼ਿੰਦਗੀ ਦੀਆਂ ਖੁਸ਼ੀਆਂ ਖੇੜਿਆਂ ਦੇ ਮੈਦਾਨ ਵਿੱਚ। ਪਰ ਉਹਨਾਂ ਧਰਮ ਵੀਰਾਂ ਨੇ ਇਸ ਦਰਵਾਜ਼ੇ ਵੱਲ ਅੱਖ ਚੁੱਕ ਕੇ ਤੱਕਿਆ ਤੱਕ ਨਹੀਂ। ਲੋਕ ਆਉਂਦੇ ਤਾਂ ਰੋਜ਼ ਸਿੱਖਾਂ ਦੀ ਮੌਤ ਦਾ ਤਮਾਸ਼ਾ ਵੇਖਣ ਸੀ, ਪਰ ਜਾਂਦੇ ਕੋਈ ਸਬਕ ਲੈ ਕੇ ਅਤੇ ਸਿੱਖਾਂ ਦੇ ਹੌਸਲੇ, ਜੁਰਤ, ਅਡੋਲਤਾ ਦੇ ਮੌਤ ਸਾਵੇਂ ਵੀ ਚੜ੍ਹਦੀ ਕਲਾ ਦੇ ਗੁਣਾਂ ਉੱਤੇ ਆਸ਼ਸ਼ ਕਰਦੇ। ਇਬਰਤਨਾਮੇ ਦਾ ਕਰਤਾ ਮਿਰਜ਼ਾ ਮੁਹੰਮਦ ਹਰੀਸੀ, ਜਿਸ ਨੇ ਸਿੱਖਾਂ ਦੇ ਫੜੇ ਆਇਆਂ ਦਾ ਪਹਿਲੇ ਦਿਨ ਵਾਲਾ ਜਲੂਸ ਵੇਖਿਆ ਸੀ ਤੇ ਉਹ ਅੱਖੀਂ ਵੇਖਿਆ ਹਾਲ ਲਿਖਿਆ। ਉਹ ਦੂਜੇ ਦਿਨ ਕਤਲ ਹੁੰਦੇ ਸਿੰਘਾਂ ਦਾ ਨਜ਼ਾਰਾ ਵੇਖਣ ਲਈ ਆਪਣੇ ਘਰੋਂ ਆਇਆ ਸੀ। ਉਹ ਲਿਖਦਾ ਹੈ ਕਿ ਮੈਂ ਕਤਲ ਸ਼ੁਰੂ ਹੋਣ ਦੇ ਦੂਜੇ ਦਿਨ 23 ਰੱਬੀ ਉਲ ਅਵਲ 6 ਮਾਰਚ ਨੂੰ ਸਿੱਖਾਂ ਦੇ ਕਤਲ ਦਾ ਤਮਾਸ਼ਾ ਵੇਖਣ ਲਈ ਮੌਕੇ ਵਾਲੀ ਥਾਂ ਤੇ ਗਿਆ। ਪਰ ਮੇਰੇ ਜਾਣ ਤੋਂ ਪਹਿਲਾਂ
ਉਸ ਦਿਨ ਦੇ ਕਤਲਾਂ ਦਾ ਕੰਮ ਮੁੱਕ ਚੁੱਕਾ ਹੋਇਆ ਸੀ। ਸਿਰ ਤੇ ਧੜ ਹਾਲ ਤੱਕ ਉੱਥੇ ਸੂਰਜ ਦੀ ਅੱਗ ਵਰਗੀ ਧੁੱਪ ਵਿੱਚ ਉਸੇ ਤਰ੍ਹਾਂ ਲਹੂ ਅਤੇ ਘੱਟੇ ਵਿੱਚ ਲਿਬੜੇ ਹੋਏ ਪਏ ਸਨ। ਅਨੋਖੀਆਂ ਪਰ ਸੱਚੀਆਂ ਘਟਨਾਵਾਂ। ਹੁਣ ਤੱਕ ਸਿੱਖਾਂ ਦੇ ਨਿਸ਼ਚੇ ਤੇ ਆਪਣੇ ਆਗੂ ਲਈ ਆਪਣਾ ਸਭ ਕੁਝ ਨਿਸ਼ਾਵਰ ਕਰ ਦੇਣ ਲਈ ਸਦਾ ਤਤਪਰ ਰਹਿਣ ਦੀਆਂ ਕਈ ਕਹਾਣੀਆਂ ਸੁਣੀਆਂ ਜਾਂਦੀਆਂ ਸਨ। ਉਹਨਾਂ ਵਿੱਚੋਂ ਕੁਝ ਇਹੋ ਜਿਹੀਆਂ ਆਚਰਜ ਤੇ ਚਕਰਿਤ ਕਰ ਦੇਣ ਵਾਲੀਆਂ ਸਨ ਕਿ ਜਿਨ੍ਹਾਂ ਨੂੰ ਸਿੱਖਾਂ ਬਾਰੇ ਬਹੁਤਾ ਗਿਆਨ ਨਹੀਂ ਸੀ ਤੇ ਉਹਨਾਂ ਬਾਰੇ ਕੁਝ ਅੱਖੀਂ ਵੇਖਿਆ ਡਿੱਠਾ ਨਹੀਂ ਸੀ। ਉਹ ਇਹਨਾਂ ਗੱਲਾਂ ਨੂੰ ਅਲਫ ਲੈਲਾ ਦੀਆਂ ਕਹਾਣੀਆਂ ਹੀ ਸਮਝੀ ਬੈਠੇ ਸਨ। ਉਹਨਾਂ ਨੂੰ ਰਤਾ ਭਰ ਵੀ ਯਕੀਨ ਨਹੀਂ ਸੀ ਕਿ ਕਿਧਰੇ ਇਹ ਸੱਚ ਵੀ ਹੋਣਗੀਆਂ। ਖਾਫੀ ਖਾਨ ਵੀ ਸਿੱਖਾਂ ਦੇ ਦੋਖੀਆਂ ਚੋਂ ਇੱਕ ਸੀ। ਸਿੱਖਾਂ ਬਾਰੇ ਉਸਨੇ ਵੀ ਬਹੁਤ ਕੁਝ ਸੁਣ ਰੱਖਿਆ ਸੀ। ਉਹ ਆਪਣੀ ਪੁਸਤਕ ਮੁਨਤਕਬੁਲ ਲਬਾਬ ਦੇ ਦੂਸਰੇ ਭਾਗ ਦੇ ਪੰਨਾ 766 ਉੱਤੇ ਇੱਕ ਕਹਾਣੀ ਦਿੰਦਾ ਹੈ। ਮੈਂ ਇਹਨਾਂ ਸਿੰਘਾਂ ਦੇ ਨਿਸ਼ਚੇ ਦੀਆਂ ਐਸੀਆਂ ਕਹਾਣੀਆਂ ਸੁਣੀਆਂ ਹਨ ਜਿਨ੍ਹਾਂ ਨੂੰ ਅਕਲ ਲਈ ਸੱਚ ਪ੍ਰਵਾਨ ਕਰਨਾ ਮੁਸ਼ਕਲ ਹੈ। ਪਰ ਜੋ ਕੁਝ ਮੈਂ ਆਪ ਆਪਣੀ ਅੱਖੀਂ ਪ੍ਰਤੱਖ ਵੇਖਿਆ ਉਹ ਲਿਖਦਾ ਹਾਂ। ਇਹਨਾਂ ਕਤਲ ਕੀਤੇ ਜਾਣ ਵਾਲੇ ਸਿੰਘਾਂ ਵਿੱਚ ਇੱਕ ਦਾੜੀ ਮੁੱਛ ਫੁੱਟ ਦਾ ਮੁੰਡਾ ਵੀ ਸੀ। ਉਹ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਸੀ। ਹੁਣੇ ਹੀ ਉਸ ਦਾ ਵਿਆਹ ਹੋਇਆ ਸੀ ਤੇ ਵਿਆਹ ਦੇ ਸ਼ਗਨ ਦਾ ਗਾਨਾ ਅਜੇ ਉਸ ਦੇ ਹੱਥ ਬੱਧਾ ਹੋਇਆ ਸੀ। ਦਿੱਲੀ ਜਾ ਕੇ ਸਾਰੇ ਸਿੰਘ ਕਤਲ ਕੀਤੇ ਜਾਣਗੇ, ਇਹ ਸੁਣ ਕੇ ਉਸ ਗੱਭਰੂ ਦੀ ਮਾਂ ਵਾਹੋ ਦਾਹੀ ਦਿੱਲੀ ਪੁੱਜੀ ਤੇ ਸ਼ਾਹੀ ਵਜ਼ੀਰ ਸੱਜਦ ਅਬਦੁੱਲਾ ਦੇ ਦੀਵਾਨ ਰਤਨ ਚੰਦ ਪਾਸ ਪਹੁੰਚੀ, ਜੋ ਇੱਕ ਹਿੰਦੂ ਸੀ। ਇਸ ਦੀਵਾਨ ਨੂੰ ਆਪਣੀ ਵਿਥਿਆ ਸੁਣਾਈ ਤੇ ਫਿਰ ਉਸ ਦੀ ਸਹਾਇਤਾ ਨਾਲ ਸ਼ਾਹੀ ਵਜ਼ੀਰ ਅਬਦੁੱਲਾ ਅਤੇ ਫਰਖਸ਼ੀਅਰ ਪਾਸ ਕੂਕ ਕੇ ਫਰਿਆਦ ਕੀਤੀ। ਬਾਦਸ਼ਾਹ ਦੇ ਹੁਕਮ ਵਿੱਚ ਇਹ ਰਿਆਇਤ ਸੀ ਕਿ ਜੋ ਮੁਸਲਮਾਨ ਧਰਮ ਕਬੂਲ ਕਰ ਲਵੇ ਉਹ ਕੈਦੀ ਛੱਡ ਦਿੱਤਾ ਜਾਵੇ। ਦੀ ਓਟ ਲੈ ਕੇ ਇਸ ਬਿਰਧ ਮਾਤਾ ਨੇ ਸੰਭਵ ਹੈ ਕਿ ਦੀਵਾਨ ਰਤਨ ਚੰਦ ਨੇ ਹੀ ਇਹ ਪੱਟੀ ਪੜਾਈ ਹੋਵੇ, ਬੇਨਤੀ ਕੀਤੀ ਕਿ ਮੇਰਾ ਪੁੱਤਰ ਫੜ ਕੇ ਲਿਆਂਦੇ ਹੋਏ ਸਿੱਖਾਂ ਪਾਸ ਪਹਿਲਾਂ ਹੀ ਕੈਦ ਸੀ। ਉਹ ਆਪ ਬਿਲਕੁਲ ਸਿੱਖ ਨਹੀਂ ਹੈ। ਉਹਨਾਂ ਦੇ ਨਾਲ ਸ਼ਾਹੀ ਫੌਜ ਦੀ ਕੈਦ ਵਿੱਚ ਇੱਥੇ ਆਇਆ ਹੈ ਤੇ ਹੁਣ ਬੇਗੁਨਾਹ ਉਹਨਾਂ ਸਿੱਖਾਂ ਨਾਲ ਮਾਰਿਆ ਜਾ ਰਿਹਾ ਹੈ। ਮਾਤਾ ਦਾ ਬਿਰਲਾਪ ਸੁਣ ਕੇ ਫਰਖਸ਼ੀਅਰ ਦੇ ਦਿਲ ਵਿੱਚ ਤਰਸ ਆ ਗਿਆ ਤੇ ਉਸ ਨੂੰ ਛੱਡ ਦੇਣ ਦਾ ਹੁਕਮ ਇੱਕ ਅਫਸਰ ਨੂੰ ਦੇ ਕੇ ਉਸ ਬੁੱਢੀ ਮਾਂ ਨਾਲ ਸਰਬਰਾਹ ਖਾਨ ਵੱਲ ਤੋਰਿਆ। ਮਾਤਾ ਇਹ ਹੁਕਮ ਲੈ ਕੇ ਕਤਲ ਵਾਲੀ ਥਾਂ ਉਸ ਵੇਲੇ ਪਹੁੰਚੀ ਜਦ ਕਤਲ ਹੋਣ ਵਾਲੇ ਸਿੰਘਾਂ ਦੀ ਕਤਾਰ ਦੇ ਸਿਰੇ ਤੇ ਜਲਾਦ ਲਹੂ ਚੋਂਦੀ ਤਲਵਾਰ ਲੈ ਕੇ ਉਸ ਮੁੰਡੇ ਦੇ ਪਾਸ ਖੜਾ ਸੀ। ਮਾਤਾ ਨੇ ਦੁਹਾਈ ਪਾਈ ਕਿ ਵੇਖਿਓ, ਲੋੜਾ ਨਾ ਮਾਰ ਦਿਓ, ਇਹ ਹੁਕਮ ਵੇਖ ਲਓ। ਅਫਸਰ ਨੇ ਕੋਤਵਾਲ ਨੂੰ ਹੁਕਮ ਵਿਖਾਇਆ। ਉਸ ਨੇ ਲੜਕੇ ਨੂੰ ਉਠਾ ਕੇ ਬਾਹਰ ਲੈ ਆਂਦਾ ਤੇ ਕਿਹਾ, ਜਾ ਤੈਨੂੰ ਬਾਦਸ਼ਾਹ ਵੱਲੋਂ ਛੱਡ ਦਿੱਤਾ ਗਿਆ ਹੈ, ਕਿਉਂਕਿ ਇਸ ਮਾਤਾ ਨੇ ਬਾਦਸ਼ਾਹ ਪਾਸ ਫਰਿਆਦ ਕੀਤੀ ਸੀ ਕਿ ਮੇਰਾ ਲੜਕਾ ਸਿੱਖ ਨਹੀਂ ਤੇ ਇਹ ਬੇਗੁਨਾਹ ਹੀ ਮਾਰਿਆ ਜਾ ਰਿਹਾ ਹੈ। ਕਤਲ ਹੋਣ ਵਾਲੇ ਸਿੱਖਾਂ ਨਾਲ ਇਸ ਦਾ ਦੂਰ ਦਾ ਵੀ ਸਬੰਧ ਨਹੀਂ। ਤੂੰ ਬੜੀ ਖੁਸ਼ੀ ਨਾਲ ਜਾ ਸਕਦਾ ਹੈ। ਅੱਲਾਹ ਪਾਕ ਤੇ ਜਿਲੇ ਇਲਾਹੀ ਭਾਵ ਬਾਦਸ਼ਾਹ ਦਾ ਲੱਖ ਲੱਖ ਸ਼ੁਕਰ ਕਰੋ ਕਿ ਐਨ ਮੌਕੇ ਉੱਤੇ ਤੈਨੂੰ ਮੌਤ ਦੇ ਪੰਜੇ ਤੋਂ ਬਚਾ ਲਿਆ ਹੈ। ਪਰ ਉਸ ਲੜਕੇ ਨੇ ਇਸ ਹੁਕਮ ਨੂੰ ਮੰਨ ਕੇ ਰਿਹਾ ਹੋਣੋਂ ਇਨਕਾਰ ਕਰ ਦਿੱਤਾ ਤੇ ਉੱਚੀ ਉੱਚੀ ਕਹਿਣ ਲੱਗਾ, ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਸੱਚੇ ਦਿਲੋਂ ਆਪਣੇ ਗੁਰੂ ਦਾ ਸਿੱਧਕ ਭਰੋਸੇ ਵਾਲਾ ਤੇ ਉਸ ਤੋਂ ਜਾਨ ਵਾਰਨ ਵਾਲਾ ਸਿੱਖ ਹਾਂ। ਮੈਂ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ। ਦੇਰ ਨਾ ਕਰੋ, ਮੈਨੂੰ ਜਲਦੀ ਮੇਰੇ ਗੁਰ ਭਾਈਆਂ ਪਾਸ ਪਹੁੰਚਾਓ। ਬੁੱਢੜੀ ਦੇ ਵਿਰਲਾਪ, ਮਿੰਨਤਾਂ ਤੇ ਸਮਝਾਉਣੀਆਂ, ਕੋਤਵਾਲ ਤੇ ਹੋਰ ਦੂਸਰੇ ਅਫਸਰਾਂ ਦੀਆਂ ਨਸੀਹਤਾਂ ਦਾ ਲੜਕੇ ਨੇ ਕੋਈ ਅਸਰ ਨਾ ਕਬੂਲਿਆ। ਕੁੱਲ ਦਰਸ਼ਕ ਮੂੰਹ ਵਿੱਚ ਉਂਗਲਾਂ ਪਾਈ ਹੈਰਾਨਗੀ ਦੀ ਮੂਰਤ ਬਣ ਗਏ। ਜਦੋਂ ਮੁੰਡਾ ਮੁੜ ਕੇ ਆਪਣੀ ਥਾਂ ਤੇ ਆ ਬੈਠਾ ਤੇ ਕਤਲ ਹੋਣ ਲਈ ਧੌਣ ਜਲਾਦ ਅੱਗੇ ਕਰ ਦਿੱਤੀ। ਤਾਰੀਖੇ ਮੁਹੰਮਦ ਸ਼ਾਹੀ ਦੇ ਲਿਖਾਰੀ ਨੇ ਇਸ ਖੂਨੀ ਦਾਸਤਾਨ ਨੂੰ ਕੁਝ ਹੋਰ ਤਰ੍ਹਾਂ ਬਿਆਨ ਕੀਤਾ ਹੈ। ਉਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਜਦ ਜ਼ਕਰੀਆ ਖਾਨ ਬੰਦਾ ਸਿੰਘ ਤੇ ਦੂਜੇ ਸਿੰਘਾਂ ਨੂੰ ਲਾਹੌਰੋਂ ਲੈ ਕੇ ਦਿੱਲੀ ਨੂੰ ਤੁਰਿਆ, ਕੈਦੀਆਂ ਦੀ ਗਿਣਤੀ ਵਧਾਉਣ ਲਈ ਰਾਹ ਦੇ ਸੱਜਿਓਂ ਖੱਬਿਓਂ ਦੂਰ ਤੱਕ ਜੋ ਸਿੱਖ ਸੁਣਿਆ ਬੰਨ ਮੰਗਵਾਉਂਦਾ ਸੀ ਤੇ ਜਦ ਸਿੰਘਾਂ ਨੂੰ ਲੈ ਕੇ ਦਿੱਲੀ ਪਾਸ ਪੁੱਜਾ ਤਾਂ ਸੂਈਆਂ ਤੋਂ ਪਤਾ ਲੱਗਾ
ਕਿ ਆ ਸਾਹਮਣੇ ਪਿੰਡ ਵੀ ਇੱਕ ਛੋਕਰਾ ਸਿੰਘ ਸੱਜ ਗਿਆ ਹੈ। ਉਸੇ ਵੇਲੇ ਉਸੇ ਨੂੰ ਫੜ ਮੰਗਵਾਉਣ ਦਾ ਹੁਕਮ ਪਾ ਕੇ ਕੁਝ ਸਵਾਰ ਉਸ ਪਿੰਡ ਵੱਲ ਗਏ। ਕੁਦਰਤ ਬੜੀ ਬੇਨਿਆਜ਼ ਹੈ, ਉਹ ਅਜੇ ਵਿਆਹ ਕਰਵਾ ਕੇ ਆਇਆ ਹੀ ਸੀ ਤੇ ਡੋਲਾ ਅਜੇ ਘਰ ਨਹੀਂ ਸੀ ਪੁੱਜਾ। ਇਹ ਮੌਤ ਦੇ ਗੁਮਾਸ਼ ਤੇ ਆਣ ਅਪੜੇ ਸ਼ਗਨ ਵਿਹਾਰ ਨਾਲ ਤੇ ਪਾਣੀ ਵਾਰ ਕੇ ਜੋੜੀ ਨੂੰ ਘਰ ਲੰਘਾਉਣ ਦੇ ਚਾਵਾਂ ਮਲਾਰਾਂ ਵਿੱਚ ਘਰ ਵਾਲਿਆਂ ਤੇ ਰਿਸ਼ਤੇਦਾਰਾਂ ਨੂੰ ਮਾਂ ਲੈ ਕੇ ਬੂਹੇ ਵਿੱਚ ਹੀ ਖੜੀ ਸੀ ਕਿ ਮੁੰਡੇ ਨੂੰ ਜਮਦੂਤਾਂ ਨੇ ਨਪੀੜ ਲਿਆ ਤੇ ਘਰ ਵਾਲਿਆਂ ਦੀਆਂ ਖੁਸ਼ੀਆਂ ਤੇ ਚਾਅ ਸਭ ਸੋਗ ਵਿੱਚ ਬਦਲ ਗਏ। ਬਾਪ ਤਾਂ ਗਰੀਬ ਦਾ ਪਹਿਲਾਂ ਹੀ ਮਰ ਚੁੱਕਾ ਸੀ, ਜੋ ਇਸ ਔਖ ਦੀ ਘੜੀ ਵੇਲੇ ਸਹਾਇਤਾ ਕਰਦਾ। ਜਾਨੀਆਂ ਤੇ ਪਿੰਡ ਵਾਲਿਆਂ ਵਿੱਚੋਂ ਹੋਰ ਕਿਸੇ ਆਦਮੀ ਦਾ ਹਿਆ ਨਾ ਪਿਆ ਕਿ ਇਸ ਅਨਾਥ ਤੇ ਬੇਦੋਸ਼ੇ ਨੂੰ ਛਡਵਾਉਣ ਲਈ ਕੋਸ਼ਿਸ਼ ਕੀਤੀ ਜਾਵੇ। ਇਹ ਸੀ ਮੁਗਲਾਂ ਦੇ ਜ਼ੁਲਮੀ ਰਾਜ ਸਿਤਮ ਦਾ ਸਿਖਰ। ਵਿਧਵਾ ਮਾਂ ਨੂੰ ਧੀਰਜ ਤੇ ਚੈਨ ਕਿਵੇਂ ਆਵੇ। ਉਹ ਆਪਣੀ ਸੱਜ ਵਿਆਹੀ ਨੂੰਹ ਨੂੰ, ਜੋ ਡੋਲੇ ਵਿੱਚ ਹੀ ਵਿਧਵਾ ਹੋ ਗਈ ਸੀ, ਨਾਲ ਲੈ ਕੇ ਵਾਹੋ ਦਾਹੀ ਦਿੱਲੀ ਵੱਲ ਵਗ ਤੁਰੀ ਤੇ ਬਾਦਸ਼ਾਹ ਦੀ ਕਚਹਿਰੀ ਅੱਗੇ ਜਾ ਹਾਲ ਦੁਹਾਈ ਪਾਈ। ਜ਼ੁਲਮ ਜ਼ਬਰ ਦਾ ਰਾਜ, ਗਰੀਬਾਂ ਬੇਕਸਾਂ ਉੱਤੇ ਕਿਆਮਤ ਦਾ ਸਮਾਂ। ਸੱਚ ਬੋਲਿਆਂ ਖਲਾਸੀ ਹੋਣ ਦੀ ਕੋਈ ਆਸ ਨਹੀਂ ਸੀ। ਜੇ ਆਖ ਦੇਵੇ ਕਿ ਮੇਰੇ ਬੇਦੋਸ਼ੇ ਪੁੱਤਰ ਨੂੰ ਹੀ ਫੜ ਲਿਆ ਹੈ ਤਾਂ ਪੁੱਤਰ ਦੇ ਨਾਲ ਆਪਣੀ ਮੌਤ ਅਵਸ਼ ਹੈ। ਉਸ ਨੇ ਬਚਾ ਲਈ ਇਹ ਕਹਾਣੀ ਘੜੀ ਕਿ ਇੱਕ ਵਾਰ ਸਿੰਘਾਂ ਪਿੰਡ ਲੁੱਟਿਆ ਤੇ ਮੇਰਾ ਨਵਾਂ ਵਿਆਹਿਆ ਪੁੱਤਰ ਵੀ ਲੁੱਟ ਦੇ ਮਾਲ ਨਾਲ ਹੀ ਲੈ ਗਏ। ਉਸ ਦੀ ਵਿਆਹੀ ਆਈ ਵਹੁਟੀ ਦੇ ਹੱਥਾਂ ਪੈਰਾਂ ਦੀ ਮਹਿੰਦੀ ਅਜੇ ਉਸੇ ਤਰ੍ਹਾਂ ਹੈ। ਉਸ ਮਾਸੂਮ ਦਾ ਗਾਨਾ ਵੀ ਅਜੇ ਤੱਕ ਕਿਸੇ ਨਹੀਂ ਖੋਲਿਆ। ਦੁਹਾਈ ਹੈ ਬਾਦਸ਼ਾਹ ਸਲਾਮਤ। ਕੂਕ ਦੀ ਬੁੱਢੜੀ ਦੇ ਹਾੜੇ ਵਿਰਲਾਪ ਤੇ ਵੇੜਿਆਂ ਨੇ ਬੇਰਹਿਮ ਤੇ ਪੱਥਰ ਦਿਲ ਹਾਕਮਾਂ ਦੇ ਦਿਲਾਂ ਨੂੰ ਨਰਮ ਕਰ ਦਿੱਤਾ ਤੇ ਬਾਦਸ਼ਾਹ ਤੋਂ ਫਰਮਾਨ ਜਾਰੀ ਕਰਵਾ ਦਿੱਤਾ ਕਿ ਇਸ ਦੇ ਪੁੱਤਰ ਨੂੰ ਛੱਡ ਦਿੱਤਾ ਜਾਵੇ, ਕਿਉਂਕਿ ਉਸ ਦਾ ਸਿੰਘਾਂ ਨਾਲ ਕੋਈ ਸੰਬੰਧ ਨਹੀਂ ਹੈ। ਇਹ ਹੁਕਮ ਲੈ ਕੇ ਜਦੋਂ ਕੋਤਵਾਲ ਪਾਸ ਪੁੱਜੀ ਤਾਂ ਕੀ ਵੇਖਦੀ ਹੈ ਕਿ ਸਿੰਘਾਂ ਦੀ ਇੱਕ ਕਤਾਰ ਕੋਤਵਾਲੀ ਦੇ ਸਾਹਮਣੇ ਬੈਠੀ ਹੈ। ਇੱਕ ਇੱਕ ਸਿੰਘ ਨੂੰ ਸ਼ਾਹੀ ਅਮੀਰ ਮੁਸਲਮਾਨ ਧਰਮ ਗ੍ਰਹਿਣ ਕਰਨ ਲਈ ਉਪਦੇਸ਼ ਤੇ ਲਾਲਚ ਦਿੰਦੇ ਹਨ ਤੇ ਜਦੋਂ ਆਪਣਾ ਧਰਮ ਤਿਆਗੋਂ ਇਨਕਾਰ ਕਰ ਦਿੰਦਾ ਹੈ ਤਾਂ ਉਸ ਨੂੰ ਬੁਰੀ ਤਰ੍ਹਾਂ ਤਸੀਹੇ ਦੇ ਕੇ ਕੋਹ ਸੁੱਟਿਆ ਜਾਂਦਾ ਹੈ। ਬੁੱਢੜੀ ਨੇ ਡਿੱਠਾ ਕਿ ਉਸ ਵੇਲੇ ਉਸ ਦੇ ਪੁੱਤਰ ਦੀ ਹੀ ਵਾਰੀ ਸੀ ਤੇ ਲਹੂ ਭਿੱਜੀ ਤਲਵਾਰ ਸੂਤੀ ਜਲਾਦ ਤਿਆਰ ਖੜਾ ਸੀ ਕਿ ਇਸ਼ਾਰਾ ਪਾ ਕੇ ਆਪਣੀ ਕਸਾਈ ਕਾਰਜ ਆਰੰਭੇ। ਮਾਂ ਦੀਆਂ ਅੱਖਾਂ ਮੂਹਰੇ ਹਨੇਰਾ ਛਾ ਗਿਆ। ਉਸ ਨੇ ਉੱਚੀ ਉੱਚੀ ਦੁਹਾਈ ਪਾਈ ਅਤੇ ਬਾਦਸ਼ਾਹ ਦੇ ਹਜ਼ੂਰੋਂ ਆਏ ਅਫਸਰ ਨੇ ਮੁੰਡੇ ਨੂੰ ਛੱਡ ਦਿੱਤੇ ਜਾਣ ਦਾ ਹੁਕਮ ਕੋਤਵਾਲ ਨੂੰ ਵਿਖਾ ਕੇ ਕਹਿ ਦਿੱਤਾ ਕਿ ਇਸ ਨੂੰ ਛੱਡ ਦਿੱਤਾ ਜਾਏ। ਸ਼ਹੀਦ ਹੋਣ ਲਈ ਤਿਆਰ ਖੜੇ ਇਸ ਨੌਜਵਾਨ ਨੇ ਉੱਚੀ ਸਾਰੀ ਕਿਹਾ, ਮੈਂ ਨਹੀਂ ਜਾਣਦਾ ਕਿ ਇਹ ਕਿਸ ਦੀ ਮਾਂ ਹੈ ਤੇ ਇਹ ਬਹੂ ਕਿੱਥੋਂ ਲਿਆਈ ਹੈ। ਇਹ ਕਿਸ ਕਿਸ ਦੀਆਂ ਗੱਲਾਂ ਕਰਦੇ ਹਨ। ਮੇਰੇ ਨਾਲ ਦੇ ਸਾਥੀ ਸਿੰਘ ਤਾਂ ਅੱਗੇ ਚਲੇ ਗਏ ਹਨ, ਪਰ ਮੇਰੇ ਜਾਣ ਦਾ ਸਮਾਂ ਮੈਥੋਂ ਖੁੰਝਦਾ ਜਾ ਰਿਹਾ ਹੈ। ਦੇਰੀ ਮੈਨੂੰ ਅਤੇ ਤੁਹਾਨੂੰ ਦੁੱਖ ਦੇਣ ਵਾਲੀ ਹੈ। ਬੁੱਢੜੀ ਬੜਾ ਤੜਫੀ, ਬਹੁਤ ਰੋਈ। ਹਾਕਮਾਂ ਨੇ ਵੀ ਬਹੁਤ ਸਮਝਾਇਆ ਕਿ ਬਾਜ਼ ਆ ਜਾਵੇ, ਪਰ ਉਹ ਮੁੰਡਾ ਨਾ ਮੰਨਿਆ ਅਤੇ ਅੰਤ ਨੂੰ ਇਹ ਸੱਚਾ ਪਰਵਾਨਾ ਸ਼ਹਾਦਤ ਦੀ ਸ਼ਮਾ ਤੇ ਕੁਰਬਾਨ ਹੋ ਗਿਆ ਤੇ ਆਪਣੇ ਸਾਥੀਆਂ ਨੂੰ ਜਾ ਮਿਲਿਆ। 7 ਕੁ ਦਿਨਾਂ ਵਿੱਚ ਸਾਰੇ ਸਿੰਘ ਕਤਲ ਕਰਕੇ ਖਤਮ ਕਰ ਦਿੱਤੇ ਗਏ। ਸਾਰੇ ਆਪਣੇ ਧਰਮ ਤੇ ਸਾਬਤ ਕਦਮ ਰਹੇ। ਕਿਸੇ ਨੇ ਵੀ ਜਾਨ ਬਚਾਉਣ ਬਦਲੇ ਮੁਸਲਮਾਨ ਹੋਣਾ ਪ੍ਰਵਾਨ ਨਾ ਕੀਤਾ। ਜਿਸ ਦਿਨ ਸਿੰਘਾਂ ਦਾ ਆਖਰੀ ਜਥਾ ਕਤਲ ਕੀਤਾ ਗਿਆ, ਉਸ ਦਿਨ ਫੱਗਣ ਦੀ ਸੰਗਰਾਂਦ ਫੱਗਣਵਦੀ 1 ਸੀ। ਤਾਰੀਖੇ ਮੁਹੰਮਦ ਸ਼ਾਹੀ ਦਾ ਕਰਤਾ ਲਿਖਦਾ ਹੈ ਕਿ ਸ਼ਹਿਰ ਦੇ ਬਜ਼ੁਰਗਾਂ ਦੀ ਜ਼ਬਾਨੀ ਸੀ ਕਿ ਇਸ ਤਰ੍ਹਾਂ ਇਨਸਾਨੀ ਖੂਨ ਡੁੱਲਦਾ ਪਹਿਲਾਂ ਕਦੇ ਨਹੀਂ ਸੀ ਵੇਖਿਆ ਗਿਆ। ਸਿੰਘਾਂ ਨੂੰ ਕਤਲ ਕਰ ਦੇਣ ਤੋਂ ਬਾਅਦ ਵੀ ਜਰਵਾਣੇ ਹਾਕਮਾਂ ਦਾ ਸੜਦਾ ਸੀਨਾ ਠੰਡਾ ਨਹੀਂ ਸੀ ਹੁੰਦਾ ਤੇ ਉਹ ਕਤਲ ਹੋਇਆਂ ਉੱਤੇ ਹੋਰ ਗੱਚ ਕੱਢਦੇ। ਸਭ ਸਿੰਘਾਂ ਨੂੰ ਕਤਲ ਕਰਕੇ ਉਹਨਾਂ ਦੇ ਸਿਰ ਸ਼ਹਿਰ ਵਿੱਚ ਥਾਂ-ਥਾਂ ਰੁੱਖਾਂ ਨਾਲ ਲਟਕਾਏ ਗਏ। ਧੜਾਂ ਦੇ ਟੋਟੇ ਕਰਕੇ ਕਿਤੇ ਲੱਤ, ਕਿਤੇ ਬਾਂਹ ਅਤੇ ਕਿਤੇ ਸਾਰਾ ਧੜ ਹੀ ਰੁੱਖ ਨਾਲ ਲਟਕਾ ਦਿੱਤਾ। ਕਈ ਥਾਈਂ ਜ਼ਮੀਨ ਵਿੱਚ ਵਾਂਸ ਤੇ ਨੇਜੇ ਸੇਲੇ ਗੱਡ ਕੇ ਉਹਨਾਂ ਉੱਤੇ ਸਿੰਘਾਂ ਦੇ ਸਿਰ ਟੰਗੇ ਹੋਏ ਸਨ।
ਸ਼ਹਿਰ ਵਿੱਚੋਂ ਕਿਸੇ ਨੂੰ ਜੁਰਤ ਨਾ ਪਈ ਕਿ ਅੱਗੇ ਹੋ ਕੇ ਹਾਕਮਾਂ ਤੱਕ ਰਸਾਈ ਕਰਕੇ ਆਗਿਆ ਲੈ ਕੇ ਇਹਨਾਂ ਦਾ ਦਾਹ ਸੰਸਕਾਰ ਕਰੇ। ਸੋ ਕਿਸੇ ਇੱਕ ਸਿੰਘ ਦਾ ਵੀ ਸੰਸਕਾਰ ਨਾ ਹੋ ਸਕਿਆ। ਸਾਰੀਆਂ ਲਾਸ਼ਾਂ ਤੇ ਉਹਨਾਂ ਦੇ ਕੀਤੇ ਹੋਏ ਟੋਟੇ ਸ਼ਹਿਰ ਵਿੱਚ ਜਾਂ ਇਸ ਦੇ ਦੁਆਲੇ ਦੇ ਰੁੱਖਾਂ ਉੱਤੇ ਟੰਗੇ ਹੋਏ ਸਨ। 4,000 ਸਿਰ, ਇਸ ਤੋਂ ਦੂਣੀਆਂ ਤੀਣੀਆਂ ਲੱਤਾਂ ਬਾਹਾਂ ਤੇ ਧੜਾਂ ਰੁੱਖਾਂ ਨਾਲ ਲਟਕਣਾ, ਉਹਨਾਂ ਦੇ ਮਾਸ ਨੂੰ ਕਾਵਾਂ, ਇੱਲਾਂ ਤੇ ਗਿਰਜਾਂ ਨੇ ਨੋਚ-ਨੋਚ ਕੇ ਖਾਣਾ ਤੇ ਉੱਤੇ ਮੱਖੀਆਂ ਦਾ ਭਿਣ ਭਣਾਉਣ ਅਤੇ ਨਾ ਬਰਦਾਸ਼ਤ ਹੋਣ ਵਾਲੀ ਬਦਬੂ ਦਾ ਸਾਰੇ ਸ਼ਹਿਰ ਵਿੱਚ ਫੈਲਣਾ ਕਿੰਨੇ ਭਿਆਨਕ ਨਜ਼ਾਰੇ ਸਨ। ਜਦ ਮਾਸ ਨੋਚ ਲਿਆ ਗਿਆ ਤਾਂ ਰੁੱਖਾਂ ਨਾਲ ਹੱਡੀਆਂ ਤੇ ਪਿੰਜਰ ਹੀ ਲਟਕਦੇ ਰਹੇ, ਉਹਨਾਂ ਨੂੰ ਕਿਸੇ ਨਹੀਂ ਉਤਾਰਿਆ। ਅੰਤ ਕੁਝ ਦਿਨ ਪਾ ਕੇ ਹੌਲੀ-ਹੌਲੀ ਉਹ ਵੀ ਜ਼ਮੀਨ ਤੇ ਡਿੱਗ ਪਏ। ਕੈਦੀਆਂ ਨੂੰ ਬਗੈਰ ਕਿਸੇ ਪੁੱਛ ਪੜਤਾਲ ਜਾਂ ਅਦਾਲਤ ਦੇ ਹਵਾਲੇ ਕਰਕੇ ਉਹਨਾਂ ਦੇ ਜੁਰਮ ਨਿਤਾਰਨ ਤੋਂ ਬਿਨਾਂ ਜੱਕ ਹੁਕਮ ਤਲਵਾਰ ਦੇ ਘਾਟ ਉਤਾਰ ਕੇ ਉਹਨਾਂ ਦੇ ਅੰਗਾਂ ਦੇ ਡੱਕਰੇ ਕਰਕੇ ਇਸ ਤਰ੍ਹਾਂ ਲੋਕਾਂ ਦੇ ਵੇਖਣ ਲਈ ਰੁੱਖਾਂ ਨਾਲ ਟੰਗਣਾ ਉਸ ਵੇਲੇ ਦੀ ਆਮ ਰਸਮ ਸੀ। ਇਹ ਇਸ ਲਈ ਕੀਤਾ ਜਾਂਦਾ ਸੀ ਕਿ ਵਿਦਰੋਹੀਆਂ ਦੀ ਕੀਤੀ ਮੰਦੀ ਹਾਲਤ ਨੂੰ ਵੇਖ ਕੇ ਲੋਕ ਭੈ ਭੀਤ ਹੋ ਜਾਣ ਤੇ ਉਹਨਾਂ ਦੇ ਦਿਲਾਂ ਉੱਤੇ ਸਰਕਾਰੀ ਤਾਕਤ ਅਤੇ ਜ਼ੁਲਮ ਜ਼ਬਰ ਕਰਨ ਦੀ ਸਮਰੱਥਾ ਦਾ ਡਰ ਸਦਾ ਲਈ ਛਾਇਆ ਰਹੇ, ਕਿਸੇ ਨੂੰ ਬਗਾਵਤ ਕਰਨ ਦਾ ਹੌਸਲਾ ਹੀ ਨਾ ਪਵੇ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 22। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।